Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 125ਵੇਂ ਅੰਗ ਦੀ ਵਿਆਖਿਆ ਕਰਦੇ ਹਾਂ ਜੀ। ਮਾਚ ਮਹਿਲਾ ਤੀਜਾ, ਗੁਰਮੁਖ ਮਿਲੈ ਮਿਲਾਏ ਆਪੇ, ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ। ਹੁਕਮੈ ਮਾਰ ਬੰਧਨ ਸਭ ਤੋੜੈ, ਗੁਰਮੁਖ ਸ਼ਬਦ ਸੁਹਾਵਣਿਆ। ਜਿਹੜੇ ਮਨੁੱਖ ਨੂੰ ਉਹ ਪਰਮਾਤਮਾ ਆਪ ਗੁਰੂ ਦੇ ਨਾਲ ਮਿਲਾਉਂਦਾ ਹੈ, ਉਸ ਨੂੰ ਨਾ ਤਾਂ ਕਾਲ ਤੱਕਦਾ ਹੈ ਤੇ ਨਾ ਹੀ ਉਸ ਨੂੰ ਕੋਈ ਦੁੱਖ ਕਲੇਸ਼ ਸਤਾ ਸਕਦਾ ਹੈ। ਕਾਲ ਨਾ ਜੋ ਹੈ ਤੋਂ ਭਾਵ ਕਿ ਉਸ ਨੂੰ ਆਤਮਿਕ ਮੌਤ ਆਪਣੀ ਤੱਕ ਦੇ ਵਿੱਚ ਨਹੀਂ ਰੱਖਦੀ, ਆਤਮਿਕ ਮੌਤ ਉਹਦੇ ਨੇੜੇ ਨਹੀਂ ਟੁਕਦੀ ਤੇ ਕੋਈ ਵੀ ਦੁੱਖ ਉਸ ਨੂੰ ਸਤਾਉਂਦਾ ਨਹੀਂ। ਉਹ ਆਪਣੇ ਅੰਦਰੋਂ ਹਉਮੈ ਨੂੰ ਮਾਰ ਕੇ, ਮੈਂ ਨੂੰ ਖਤਮ ਕਰਕੇ ਮਾਇਆ ਦੇ ਮੋਹ ਵਾਲੇ ਸਾਰੇ ਬੰਧਨ ਤੋੜ ਲੈਂਦਾ ਹੈ ਤੇ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ। ਹਉ ਵਾਰੀ ਜਿਉ ਵਾਰੀ, ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿੱਤ ਲਾਵਣਿਆ। ਰਹਾਉ। ਗੁਰੂ ਜੀ ਕਹਿੰਦੇ ਕਿ ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਗੁਰੂ ਦੇ ਸ਼ਬਦਾਂ ਦੇ ਵਿੱਚ ਜੁੜ ਕੇ ਆਪਣੇ ਜੀਵਨ ਨੂੰ ਸੋਹਣਾ ਬਣਾ ਲਿਆ ਹੈ। ਉਹ ਮਨੁੱਖ ਉਸ ਪਰਮਾਤਮਾ ਦਾ ਹੀ ਨਾਮ ਗਾਉਂਦੇ ਹਨ। ਉਹਨਾਂ ਦਾ ਮਨ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਨੱਚਦਾ ਰਹਿੰਦਾ ਹੈ ਤੇ ਉਹਨਾਂ ਦੀ ਸੁਰਤ ਉਸ ਪਰਮਾਤਮਾ ਦੇ ਨਾਲ ਜੁੜੀ ਰਹਿੰਦੀ ਹੈ। ਗੁਰਮੁਖ ਜੀਵੈ ਮਰੈ ਪ੍ਰਵਾਨ, ਆਰਜਾ ਨਾ ਸੀਜੈ ਸ਼ਬਦ ਪਛਾਨ। ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਜੀਵੈ ਭਾਵ ਕਿ ਜੋ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੈ ਉਹ ਆਤਮਿਕ ਜੀਵਨ ਪ੍ਰਾਪਤ ਕਰ ਲੈਂਦਾ ਹੈ ਤੇ ਮਰੈ ਭਾਵ ਆਪਣੇ ਅੰਦਰੋਂ ਹਉਮੈ ਅਤੇ ਵਿਕਾਰਾਂ ਨੂੰ ਮਾਰ ਲੈਂਦਾ ਹੈ। ਇਸ ਤਰ੍ਹਾਂ ਕਰਕੇ ਉਹ ਉਸ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ, ਕਬੂਲ ਹੋ ਜਾਂਦਾ ਹੈ। ਉਹਦੀ ਉਮਰ ਵਿਅਰਥ ਨਹੀਂ ਜਾਂਦੀ। ਆਰਜਾ ਨਾ ਸੀਜੈ ਭਾਵ ਆਰਜਾ ਉਮਰ ਤੇ ਸੀਜੈ ਤੋਂ ਭਾਵ ਵਿਅਰਥ, ਕਿ ਉਹਦੀ ਉਮਰ ਜੋ ਹੈ ਉਹ ਵਿਅਰਥ ਨਹੀਂ ਜਾਂਦੀ ਜਦੋਂ ਉਹ ਗੁਰੂ ਦੇ ਸ਼ਬਦ ਨੂੰ ਪਛਾਣ ਲੈਂਦਾ ਹੈ। ਅੱਗੇ ਫਿਰ ਉਹੀ ਕਾਲ ਸ਼ਬਦ ਆਇਆ ਹੈ ਕਿ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਉੱਪਰ ਆਤਮਿਕ ਮੌਤ ਆਪਣਾ ਜ਼ੋਰ ਨਹੀਂ ਪਾ ਸਕਦੀ ਤੇ ਉਹ ਸਦਾ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਸਮਾਇਆ ਰਹਿੰਦਾ ਹੈ। ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ। ਆਪ ਤਰੈ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਨਿਆ। ਜੋ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੈ ਉਹ ਹਰ ਦਰ ਦੇ ਉੱਪਰ, ਉਸ ਪਰਮਾਤਮਾ ਦੇ ਦਰ ਦੇ ਉੱਪਰ ਸ਼ੋਭਾ ਖੱਟਦਾ ਹੈ। ਆਪਣੇ ਅੰਦਰੋਂ ਆਪ ਨੂੰ ਹੀ ਗਵਾ ਲੈਂਦਾ ਹੈ, ਆਪਣੇ ਅੰਦਰੋਂ ਹਉਮੈ ਨੂੰ ਮਾਰ ਲੈਂਦਾ ਹੈ। ਉਹ ਖੁਦ ਤੇ ਤਰਦਾ ਹੀ ਹੈ, ਨਾਲ ਹੀ ਆਪਦੀ ਸਾਰੀ ਕੁਲ ਨੂੰ, ਆਪਦੇ ਸਾਰੇ ਪਰਿਵਾਰ ਨੂੰ ਵੀ ਤਾਰ ਲੈਂਦਾ ਹੈ ਤੇ ਆਪਣੇ ਜਨਮ ਨੂੰ ਸਵਾਰ ਲੈਂਦਾ ਹੈ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਗੁਰਮੁਖ ਹਉਮੈ ਚੁੱਕੈ ਪੀਰ। ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਸਰੀਰ ਨੂੰ ਕਦੇ ਵੀ ਹਉਮੈ ਦਾ ਰੋਗ ਨਹੀਂ ਲੱਗਦਾ, ਕਦੇ ਵੀ ਹਉਮੈ ਦਾ ਦੁੱਖ ਨਹੀਂ ਲੱਗਦਾ। ਉਹਦੀ ਹਉਮੈ ਦੀ ਸਾਰੀ ਪੀੜ ਜੋ ਹੈ ਉਹ ਚੱਕੀ ਜਾਂਦੀ ਹੈ। ਗੁਰਮੁਖ ਹਉਮੈ ਚੁੱਕੈ ਪੀਰ, ਪੀਰ ਸ਼ਬਦ ਤੋਂ ਅਰਥ ਇੱਥੇ ਪੀੜ ਹੈ ਕਿ ਜੋ ਹਉਮੈ ਦੀ, ਮੈਂ ਦੀ ਪੀੜ ਸਾਡੇ ਦਿਲਾਂ ਦੇ ਵਿੱਚ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਗੁਰੂ ਦੇ ਸਨਮੁਖ ਹੋ ਜਾਂਦੇ ਹਾਂ। ਮਨ ਸਾਡਾ ਨਿਰਮਲ ਹੋ ਜਾਂਦਾ ਹੈ, ਹਉਮੈ ਦੀ ਮੈਲ ਤੋਂ ਰਹਿਤ ਹੋ ਜਾਂਦਾ ਹੈ ਤੇ ਉਹ ਮੈਲ ਕਦੇ ਦੁਬਾਰਾ ਸਾਡੇ ਤੇ ਨਹੀਂ ਚੁੰਬੜਦੀ ਤੇ ਇਸੇ ਤਰ੍ਹਾਂ ਅਸੀਂ ਸਹਿਜ ਦੇ ਵਿੱਚ, ਸਬਰ ਦੇ ਵਿੱਚ ਸਮਾਏ ਰਹਿੰਦੇ ਹਾਂ। ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਗੁਣ ਗਾਵੈ ਸੋਭਾ ਪਾਈ। ਸਦਾ ਆਨੰਦ ਰਹਿ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਗੁਰੂ ਦੇ ਸਨਮੁਖ ਹੋਣ ਦੇ ਨਾਲ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਤੇ ਉਸ ਨਾਮ ਦੀ ਸਹਾਇਤਾ ਦੇ ਨਾਲ ਲੋਕ ਪਰਲੋਕ ਦੇ ਵਿੱਚ ਇੱਜ਼ਤ ਮਿਲਦੀ ਹੈ, ਵਡਿਆਈ ਮਿਲਦੀ ਹੈ। ਅਜਿਹਾ ਮਨੁੱਖ ਫਿਰ ਪਰਮਾਤਮਾ ਦੇ ਗੁਣ ਗਾ ਕੇ ਸ਼ੋਭਾ ਖੱਟਦਾ ਹੈ, ਸਦਾ ਆਨੰਦ ਦੇ ਵਿੱਚ ਰਹਿੰਦਾ ਹੈ। ਦਿਨ ਰਾਤ ਉਹ ਉਸ ਪਰਮਾਤਮਾ ਦੇ ਸ਼ਬਦ ਦੀ, ਪਰਮਾਤਮਾ ਦੇ ਨਾਮ ਦੀ ਕਾਰ ਕਰਦਾ ਹੈ। ਗੁਰਮੁਖ ਅਨ ਦਿਨ ਸਬਦੇ ਰਾਤਾ, ਗੁਰਮੁਖ ਜਗ ਚਾਰੇ ਹੈ ਜਾਤਾ। ਗੁਰਮੁਖ ਗੁਣ ਗਾਵੈ ਸਦਾ ਨਿਰਮਲ, ਸ਼ਬਦੇ ਭਗਤ ਕਰਾਵਣਿਆ। ਜਦੋਂ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਤਾਂ ਉਹ ਹਰ ਵੇਲੇ ਗੁਰੂ ਦੇ ਸ਼ਬਦਾਂ ਦੇ ਵਿੱਚ ਵੀ ਰੰਗਿਆ ਰਹਿੰਦਾ ਹੈ। ਜਿਹੜਾ ਮਨੁੱਖ ਹਰ ਰੋਜ਼ ਪਾਠ ਕਰਦਾ ਹੈ,
ਸਿਰਫ ਬਾਣੀ ਨੂੰ ਪੜ੍ਹਦਾ ਨਹੀਂ ਹੈ, ਬਾਣੀ ਨੂੰ ਸਮਝਦਾ ਹੈ, ਉਹਦੇ ਉੱਪਰ ਬਾਣੀ ਆਪਣਾ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ। ਉਹਦੀ ਸੋਚ ਸੁਹਾਵਣੀ ਹੋ ਜਾਂਦੀ ਹੈ, ਸੋਹਣੀ ਹੋ ਜਾਂਦੀ ਹੈ, ਉਹਦਾ ਨਜ਼ਰੀਆ ਬਦਲ ਜਾਂਦਾ ਹੈ ਜ਼ਿੰਦਗੀ ਦਾ। ਉਹ ਆਪਣੇ ਆਪ ਨੂੰ ਸਾਰਾ ਦਿਨ ਬਾਣੀ ਦੇ ਰੰਗ ਦੇ ਵਿੱਚ ਰੰਗਿਆ ਮਹਿਸੂਸ ਕਰਦਾ ਹੈ। ਤੇ ਗੁਰੂ ਜੀ ਕਹਿੰਦੇ ਕਿ ਇਹ ਨਿਯਮ ਹੈ, ਸ਼ੁਰੂ ਤੋਂ ਹੀ ਸਦਾ ਤੋਂ ਹੀ ਇਹ ਨਿਯਮ ਹੈ ਕਿ ਜਦੋਂ ਅਸੀਂ ਗੁਰੂ ਦੇ ਦਰ 'ਤੇ ਜੁੜਦੇ ਹਾਂ, ਗੁਰੂ ਦੇ ਨਾਲ ਸਾਂਝ ਪਾਉਂਦੇ ਹਾਂ, ਤਾਂ ਸਾਡੀ ਪਰਮਾਤਮਾ ਦੇ ਨਾਲ ਵੀ ਸਾਂਝ ਪੈ ਜਾਂਦੀ ਹੈ। ਫਿਰ ਅਸੀਂ ਸਦਾ ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਸਾਡਾ ਜੀਵਨ ਪਵਿੱਤਰ ਹੋ ਜਾਂਦਾ ਹੈ ਤੇ ਉਹਦੀ ਭਗਤੀ ਦੇ ਵਿੱਚ ਅਸੀਂ ਲੀਨ ਰਹਿੰਦੇ ਹਾਂ। ਬਾਝ ਗੁਰੂ ਹੈ ਅੰਧ ਅੰਧਾਰਾ, ਜਮਕਾਲ ਗਰਠੇ ਕਰੇ ਪੁਕਾਰਾ, ਅਨਦਨ ਰੋਗੀ ਬਿਸਟਾ ਕੇ ਕੀੜੇ, ਬਿਸਟਾ ਮੈਂ ਦੁੱਖ ਪਾਵਣਿਆ। ਗੁਰੂ ਬਾਝੋਂ ਸਾਰੇ ਪਾਸੇ ਅੰਧੇਰਾ ਹੈ। ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਚਾਨਣ ਕੀਤਾ ਹੈ ਗੁਰੂ ਨੇ ਕੀਤਾ ਹੈ। ਤੇ ਮੇਰੇ ਖਿਆਲ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਸਾਡਾ ਗੁਰੂ ਸਾਡੀ ਮਾਂ ਹੁੰਦੀ ਹੈ, ਜੋ ਸਾਨੂੰ ਚੱਲਣਾ ਫਿਰਨਾ ਸਿਖਾਉਂਦੀ ਹੈ, ਜੋ ਸਾਨੂੰ ਖਾਣਾ ਸਿਖਾਉਂਦੀ ਹੈ, ਜੋ ਸਾਨੂੰ ਬੋਲਣਾ ਸਿਖਾਉਂਦੀ ਹੈ। ਮਾਂ ਦੇ ਨਾਲ ਸਾਡਾ ਪਰਿਵਾਰ ਵੀ ਆਪਾਂ ਜੋੜ ਸਕਦੇ ਹਾਂ, ਕਿਉਂਕਿ ਸਾਰੇ ਮਿਲ ਜੁਲ ਕੇ ਇੱਕ ਬੱਚੇ ਦੀ ਪਾਲਣ ਪੋਸ਼ਣ ਕਰਦੇ ਨੇ ਤੇ ਉਹਨੂੰ ਇਹ ਸਾਰੀਆਂ ਚੀਜ਼ਾਂ ਸਿਖਾਉਂਦੇ ਨੇ। ਜੇਕਰ ਇੱਕ ਬੱਚੇ ਨੂੰ ਇਹ ਸਭ ਕੁਝ ਸਿਖਾਇਆ ਨਾ ਜਾਵੇ, ਉਹਨੂੰ ਇਕੱਲਿਆਂ ਛੱਡ ਦਿੱਤਾ ਜਾਵੇ, ਤਾਂ ਉਹਦੀ ਜ਼ਿੰਦਗੀ ਹਨੇਰੀ ਹੋ ਜਾਏਗੀ। ਜੇਕਰ ਇੱਕ ਬੱਚੇ ਨੂੰ ਉਹਦੀ ਜ਼ਿੰਦਗੀ ਦੇ ਪਹਿਲੇ ਕੁਝ ਸਾਲਾਂ ਦੇ ਵਿੱਚ ਹਿਊਮਨ ਟੱਚ ਨਾ ਮਿਲੇ, ਕਿ ਭਾਵ ਉਸ ਨੂੰ ਇੱਕ ਅਜਿਹੀ ਥਾਂ 'ਤੇ ਛੱਡ ਦਿੱਤਾ ਜਾਏ ਜਿੱਥੇ ਆਸ-ਪਾਸ ਕੋਈ ਵੀ ਮਨੁੱਖ ਨਾ ਹੋਵੇ, ਤਾਂ ਹੋ ਸਕਦਾ ਹੈ ਉਹ ਹੌਲੀ-ਹੌਲੀ ਆਪਣਾ ਖਾਣਾ ਪੀਣਾ ਸਿੱਖ ਜਾਏ, ਪਰ ਉਹ ਉਸ ਤਰੀਕੇ ਨਾਲ ਕਦੇ ਵੀ ਡਿਵੈਲਪ ਨਹੀਂ ਹੋ ਪਾਊਗਾ ਜਿਸ ਤਰ੍ਹਾਂ ਕਿ ਇੱਕ ਨਾਰਮਲ ਬੱਚਾ ਹੁੰਦਾ ਹੈ। ਉਹਦੀ ਜ਼ਿੰਦਗੀ ਬੜੀ ਹਨੇਰੀ ਹੋਏਗੀ। ਸਾਈਕੋਲੋਜੀ ਦੇ ਵਿੱਚ ਅੱਜ ਤੋਂ ਕਈ ਦਹਾਕੇ ਪਹਿਲਾਂ ਇਹ ਐਕਸਪੈਰੀਮੈਂਟ ਕੀਤਾ ਗਿਆ ਸੀ ਕਿ ਇੱਕ ਬੱਚੇ ਨੂੰ ਉਹਨਾਂ ਨੇ ਇੱਕ ਜਾਨਵਰ ਦੇ ਨਾਲ ਰੱਖਿਆ। ਉਹਦੇ 'ਤੇ ਪੂਰੀ ਤਰ੍ਹਾਂ ਨਾਲ ਨਜ਼ਰ ਹਾਲਾਂਕਿ ਰੱਖੀ ਗਈ ਸੀ, ਉਹਦੇ ਖਾਣ ਪੀਣ ਦਾ ਤਾਂ ਧਿਆਨ ਰੱਖਿਆ ਗਿਆ ਸੀ, ਪਰ ਉਹਨੂੰ ਚੱਲਣਾ ਫਿਰਨਾ ਜਾਂ ਬੋਲਣਾ ਇੱਦਾਂ ਦਾ ਕੁਝ ਨਹੀਂ ਸਿਖਾਇਆ ਗਿਆ। ਹਾਲਾਂਕਿ ਉਹ ਐਕਸਪੈਰੀਮੈਂਟ ਬਹੁਤਾ ਲੰਬਾ ਸਮਾਂ ਨਹੀਂ ਚਲਾ ਸਕੇ ਜਿੱਦਾਂ ਕਿ ਅਸੀਂ ਸੋਚ ਸਕਦੇ ਹਾਂ, ਨਹੀਂ ਤੇ ਉਸ ਬੱਚੇ ਦੀ ਪੂਰੀ ਜ਼ਿੰਦਗੀ ਖਰਾਬ ਹੋ ਸਕਦੀ ਹੈ। ਪਰ ਕੁਝ ਸਮੇਂ ਦੇ ਦੌਰਾਨ ਹੀ ਉਹਨਾਂ ਨੇ ਇਹ ਚੀਜ਼ ਜ਼ਰੂਰ ਨੋਟ ਕੀਤੀ ਕਿ ਜਦ ਤੱਕ ਅਸੀਂ ਬੱਚੇ ਨੂੰ ਇਹ ਸਭ ਚੀਜ਼ਾਂ ਸਿਖਾਉਂਦੇ ਨਹੀਂ, ਜਾਂ ਬੱਚਾ ਆਪਣੇ ਆਸ-ਪਾਸ ਇਹ ਸਭ ਕੁਝ ਹੁੰਦਾ ਵੇਖਦਾ ਨਹੀਂ, ਜੇਕਰ ਉਹ ਆਪਣੇ ਆਸ-ਪਾਸ ਕਿਸੇ ਨੂੰ ਤੁਰਦਾ ਵੇਖੇਗਾ ਵੀ ਤਾਂ ਵੀ ਉਹ ਸਿੱਖ ਜਾਏਗਾ ਕਿ ਕਿੱਦਾਂ ਤੁਰਨਾ ਹੈ। ਆਪਣੇ ਆਸ-ਪਾਸ ਜਦੋਂ ਉਹ ਮਨੁੱਖਾਂ ਨੂੰ ਬੋਲਦਿਆਂ ਨੂੰ ਸੁਣੇਗਾ ਤਾਂ ਬੋਲਣਾ ਵੀ ਸਿੱਖ ਜਾਏਗਾ। ਅਸੀਂ ਬੱਚਿਆਂ ਨੂੰ ਆਪਣੀ ਜੋ ਮਾਤਰ ਭਾਸ਼ਾ ਹੁੰਦੀ ਹੈ, ਜੇ ਆਪਾਂ ਪੰਜਾਬੀ ਹਾਂ, ਪੰਜਾਬੀ ਦੀ ਗੱਲ ਲੈ ਲਈਏ, ਅਸੀਂ ਪੰਜਾਬੀ ਬੱਚਿਆਂ ਨੂੰ ਉਸ ਤਰੀਕੇ ਨਾਲ ਸਿਖਾਉਂਦੇ ਨਹੀਂ। ਉਹ ਸਾਡੇ ਮੂੰਹੋਂ ਬੋਲਦੀ ਸੁਣ ਕੇ ਆਪਣੇ ਆਪ ਹੀ ਸਿੱਖ ਜਾਂਦੇ ਨੇ। ਅਸੀਂ ਉਹਨਾਂ ਨੂੰ ਇਹ ਨਹੀਂ ਸਿਖਾਉਂਦੇ ਕਿ ਇਸ ਤਰ੍ਹਾਂ ਟੈਂਸ ਲੱਗਦੇ ਨੇ, ਇੱਥੇ ਆਹ ਚੀਜ਼ ਅਸੀਂ ਵਰਤਣੀ ਹੈ, ਕਿੱਥੇ ਹੈ ਵਰਤਣਾ, ਕਿੱਥੇ ਸੀ ਵਰਤਣਾ। ਉਹ ਚੀਜ਼ਾਂ ਉਹ ਆਪਣੇ ਆਪ ਹੀ ਸਿੱਖ ਲੈਂਦੇ ਨੇ। ਪਰ ਜੇਕਰ ਉਹਨਾਂ ਦੇ ਆਸ-ਪਾਸ ਮਨੁੱਖ ਨਾ ਹੀ ਹੋਣ ਤਾਂ ਉਹਨਾਂ ਦੇ ਲਈ ਇਹ ਸਭ ਸਿੱਖਣੀਆਂ ਔਖੀਆਂ ਨੇ। ਤਾਂ ਕੁੱਲ ਮਿਲਾ ਕੇ ਕੋਈ ਵੀ ਜੋ ਸਾਨੂੰ ਕੁਝ ਸਿਖਾਉਂਦਾ ਹੈ ਉਹ ਸਾਡੇ ਲਈ ਗੁਰੂ ਹੈ। ਹਰ ਕਿੱਤੇ ਦਾ ਇੱਕ ਵੱਖਰਾ ਗੁਰੂ ਹੋ ਸਕਦਾ ਹੈ। ਸਾਡੇ ਲਈ ਅਧਿਆਤਮਕ ਪੱਖ ਤੋਂ, ਧਾਰਮਿਕ ਪੱਖ ਤੋਂ ਦੇਖੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ। ਵਿਵਸਾਇਕ ਪੱਖ ਤੋਂ ਜੇਕਰ ਅਸੀਂ ਵੇਖੀਏ ਤਾਂ ਜਿਸ ਕਿੱਤੇ ਦੇ ਵਿੱਚ ਵੀ ਅਸੀਂ ਹਾਂ, ਉਹ ਕਿੱਤਾ ਜਿਸ ਨੇ ਸਾਨੂੰ ਸਿਖਾਇਆ ਹੈ ਉਹ ਸਾਡੇ ਗੁਰੂ ਨੇ। ਸਾਡੇ ਅਧਿਆਪਕ ਜੋ ਸਕੂਲ ਦੇ ਵਿੱਚ ਸਾਨੂੰ ਪੜ੍ਹਾਉਂਦੇ ਰਹੇ ਨੇ ਉਹ ਸਾਡੇ ਗੁਰੂ ਨੇ। ਸਾਡੇ ਮਾਂ-ਬਾਪ, ਸਾਡੇ ਪਰਿਵਾਰ ਦੇ ਮੈਂਬਰ ਜਿਨ੍ਹਾਂ ਨੇ ਸਾਨੂੰ ਛੋਟੀ ਉਮਰ ਦੇ ਵਿੱਚ ਚੱਲਣਾ ਫਿਰਨਾ, ਬੋਲਣਾ, ਇਹ ਸਭ ਕੁਝ ਸਿਖਾਇਆ, ਉਹ ਵੀ ਸਾਡੇ ਗੁਰੂ ਨੇ। ਜੇਕਰ ਇਹ ਸਾਰੇ ਨਾ ਹੁੰਦੇ ਤਾਂ ਸਾਡੀ ਜ਼ਿੰਦਗੀ ਹਨੇਰੀ ਹੋਣੀ ਸੀ। ਬਾਝ ਗੁਰੂ ਹੈ ਅੰਧ ਅੰਧਾਰਾ, ਜਮਕਾਲ ਗਰਠੇ ਕਰੇ ਪੁਕਾਰਾ। ਜਮਕਾਲ ਗਰਠੇ ਭਾਵ ਆਤਮਕ ਮੌਤ ਦੇ ਗਰਸੇ ਹੋਏ। ਗੁਰੂ ਤੋਂ ਬਿਨਾਂ, ਇੱਥੇ ਜੋ ਗੁਰੂ ਹੈ ਉਹ ਅਸੀਂ ਇੱਕ ਧਾਰਮਿਕ ਪੱਖ ਤੋਂ ਲੈ ਰਹੇ ਹਾਂ ਇਹਨਾਂ ਪੰਕਤੀਆਂ ਦੇ ਵਿੱਚ, ਕਿ ਗੁਰੂ ਤੋਂ ਬਿਨਾਂ ਅਸੀਂ ਆਤਮਕ ਮੌਤ ਦੇ ਵਿੱਚ ਗਰਸੇ ਰਹਿੰਦੇ ਹਾਂ ਤੇ ਦੁੱਖਾਂ ਦੇ ਵਿੱਚ ਪੁਕਾਰਾਂ ਕਰਦੇ ਹਾਂ, ਕੂਕਦੇ ਹਾਂ ਕਿ ਸਾਨੂੰ ਇਸ ਆਤਮਕ ਮੌਤ ਦੇ ਚੰਗਲ ਤੋਂ ਕੋਈ ਛੁਡਾ ਲਵੇ। ਤੇ ਹਰ ਰੋਜ਼ ਰੋਗੀ ਬਿਸਟਾ ਕੇ ਕੀੜੇ, ਅਨਦਨ ਰੋਗੀ ਬਿਸਟਾ ਕੇ ਕੀੜੇ, ਬਿਸਟਾ ਮੈਂ ਦੁੱਖ ਪਾਵਣਿਆ। ਤੇ ਸਾਡੀ ਜ਼ਿੰਦਗੀ ਫਿਰ ਇਦਾਂ ਦੀ ਹੋ ਜਾਂਦੀ ਹੈ ਜਿਸ ਤਰ੍ਹਾਂ ਕਿ ਗੰਦ ਦੇ ਕੀੜੇ ਹੋਣ ਤੇ ਉਹ ਗੰਦ ਦੇ ਵਿੱਚ ਰਹਿ ਕੇ ਹਮੇਸ਼ਾ ਦੁੱਖ ਭੋਗਦੇ ਰਹਿੰਦੇ ਨੇ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਵੁੱਠਾ ਆਪ ਆਏ, ਨਾਨਕ ਨਾਮ ਮਿਲਾਏ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਪੈਂਦਾ ਹੈ ਉਹਦੇ ਹਿਰਦੇ ਦੇ ਵਿੱਚ ਪਰਮਾਤਮਾ ਆਪੇ ਹੀ ਆ ਵਸਦਾ ਹੈ। ਵਸਿਆ ਤੇ ਪਹਿਲਾਂ ਹੀ ਹੁੰਦਾ ਹੈ, ਉਸ ਨੂੰ ਉਸ ਵਸੇ ਹੋਏ ਦਾ ਗਿਆਨ ਹੋ ਜਾਂਦਾ ਹੈ, ਉਹਦੇ ਦਰਸ਼ਨ ਹੋ ਜਾਂਦੇ ਨੇ।
ਫਿਰ ਉਸ ਨੂੰ ਇਸ ਗੱਲ ਦਾ ਵੀ ਨਿਸ਼ਚਾ ਹੋ ਜਾਂਦਾ ਹੈ ਕਿ ਜੋ ਕੁਝ ਵੀ ਕਰਦਾ ਹੈ ਉਹ ਪਰਮਾਤਮਾ ਆਪ ਹੀ ਕਰਦਾ ਹੈ। ਸਾਨੂੰ ਮਨੁੱਖਾਂ ਨੂੰ ਬਹੁਤ ਵੱਡਾ ਭੁਲੇਖਾ ਹੁੰਦਾ ਹੈ ਕਿ ਅਸੀਂ ਇਹ ਕੁਝ ਕਰ ਰਹੇ ਹਾਂ। ਅਸਲ ਦੇ ਵਿੱਚ ਅਸੀਂ ਇਹ ਕੁਝ ਨਹੀਂ ਕਰ ਰਹੇ, ਪਰਮਾਤਮਾ ਸਾਡੇ ਤੋਂ ਇਹ ਸਭ ਕੁਝ ਕਰਵਾ ਰਿਹਾ ਹੈ। ਅਤੇ ਪਰਮਾਤਮਾ ਦੇ ਨਾਮ ਦੇ ਵਿੱਚ ਜਦੋਂ ਅਸੀਂ ਜੁੜਦੇ ਹਾਂ ਤਾਂ ਸਾਨੂੰ ਲੋਕ ਪਰਲੋਕ ਦੇ ਵਿੱਚ ਆਦਰ ਮਿਲਦਾ ਹੈ ਅਤੇ ਇਹ ਪਰਮਾਤਮਾ ਦਾ ਨਾਮ ਸਾਨੂੰ ਗੁਰੂ ਪਾਸੋਂ ਮਿਲਦਾ ਹੈ। ਮਾਝ ਮਹਿਲਾ ਤੀਜਾ। ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ। ਆਪੇ ਫਰਕ ਕੀ ਤੋਨ ਘਟ ਅੰਤਰ, ਆਪੇ ਬਣਤ ਬਣਾਵਣਿਆ। ਜਦੋਂ ਮਨੁੱਖ ਪੂਰੇ ਗੁਰੂ ਦੀ, ਸੱਚੇ ਗੁਰੂ ਦੀ ਸ਼ਰਨ ਦੇ ਵਿੱਚ ਪੈਂਦਾ ਹੈ ਤਾਂ ਆਪਣੀਆਂ ਸਿੱਖਿਆਵਾਂ ਦੇ ਨਾਲ ਉਹ ਗੁਰੂ ਮਨੁੱਖ ਨੂੰ ਇਹ ਦਿਖਾ ਦਿੰਦਾ ਹੈ, ਇਸ ਗੱਲ ਦਾ ਨਿਸ਼ਚਾ ਕਰਾ ਦਿੰਦਾ ਹੈ। ਸਤਿਗੁਰ ਪੂਰਾ, ਸ਼ਬਦ ਦਿਖਾਏ ਸਤਿਗੁਰ ਪੂਰਾ, ਕਿ ਜੋ ਸੱਚਾ ਗੁਰੂ ਹੈ ਉਸ ਨੂੰ, ਮਨੁੱਖ ਨੂੰ ਇਸ ਗੱਲ ਦਾ ਨਿਸ਼ਚਾ ਕਰਾ ਦਿੰਦਾ ਹੈ ਕਿ ਏਕਾ ਜੋਤ ਜੋਤ ਹੈ ਸਰੀਰਾ, ਕਿ ਸਾਰਿਆਂ ਸਰੀਰਾਂ ਦੇ ਵਿੱਚ ਇੱਕ ਹੀ ਪਰਮਾਤਮਾ ਦੀ ਜੋਤ ਵਸਦੀ ਹੈ। ਆਪੇ ਫਰਕ ਕੀ ਤੋਨ ਘਟ ਅੰਤਰ, ਆਪੇ ਬਣਤ ਬਣਾਵਣਿਆ। ਇਹ ਸਾਰੇ ਸਰੀਰ ਉਸ ਪਰਮਾਤਮਾ ਨੇ ਆਪ ਹੀ ਘੜੇ ਨੇ, ਆਪ ਹੀ ਬਣਾਏ ਨੇ ਅਤੇ ਆਪ ਹੀ ਉਹਨੇ ਇਹਨਾਂ ਸਰੀਰਾਂ ਦੇ ਵਿੱਚ ਫਰਕ ਪਾਏ ਨੇ। ਹਰ ਸਰੀਰ ਵੱਖਰਾ ਹੈ, ਬਣਤਰ ਦੇ ਵਿੱਚ ਬੇਸ਼ੱਕ ਵੱਖਰਾ ਨਹੀਂ ਹੈ। ਹਰ ਸਰੀਰ ਦੇ, ਚਲੋ ਮੰਨ ਲੈਂਦੇ ਹਾਂ, 2 ਲੱਤਾਂ ਨੇ, 2 ਹੱਥ ਨੇ, ਸਾਰੇ ਅੰਗ ਸੇਮ ਨੇ, ਪਰ ਹਰ ਸਰੀਰ ਦਾ ਇੱਕ ਵੱਖਰਾ DNA ਹੈ। ਹਰ ਮਨੁੱਖ ਦਾ ਇੱਕ ਵੱਖਰਾ DNA ਹੈ। ਹਰ ਮਨੁੱਖ ਦੀ ਆਪਣੀ ਵੱਖਰੀ ਸੋਚ ਹੈ ਅਤੇ ਹਰ ਮਨੁੱਖ ਦਾ ਆਪਣਾ ਇੱਕ ਵੱਖਰਾ ਆਤਮਿਕ ਜੀਵਨ ਹੈ। ਕੋਈ ਵੀ 2 ਇਨਸਾਨ ਜੋ ਨੇ ਇੱਕੋ ਜਿਹੇ ਨਹੀਂ ਹੁੰਦੇ ਅਤੇ ਇਹ ਸਭ ਉਸ ਪਰਮਾਤਮਾ ਦੀ ਹੀ ਕਰਾਮਾਤ ਹੈ। ਹਉ ਵਾਰੀ ਜਿਉ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ। ਬਾਝ ਗੁਰੂ ਕੋ ਸਹਿਜ ਨਾ ਪਾਏ, ਗੁਰਮੁਖ ਸਹਿਜ ਸਮਾਵਣਿਆ। ਰਹਾਓ। ਗੁਰੂ ਜੀ ਕਹਿੰਦੇ ਕਿ ਮੈਂ ਉਹਨਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਉਸ ਸੱਚੇ ਕੇ, ਉਸ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ। ਗੁਰੂ ਤੋਂ ਬਿਨਾਂ ਸਹਿਜ ਨਹੀਂ ਪਾਇਆ ਜਾ ਸਕਦਾ। ਗੁਰੂ ਤੋਂ ਬਿਨਾਂ ਸਬਰ ਦੀ ਅਵਸਥਾ ਹਾਸਲ ਕਰਨੀ ਬਹੁਤ ਔਖੀ ਹੈ। ਅਤੇ ਜਦੋਂ ਅਸੀਂ ਗੁਰੂ ਦੀ ਸ਼ਰਨ ਪੈਂਦੇ ਹਾਂ, ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣ ਕੇ ਉਹਨਾਂ 'ਤੇ ਅਮਲ ਕਰਦੇ ਹਾਂ ਤਾਂ ਅਸੀਂ ਸਬਰ ਦੇ ਵਿੱਚ ਸਮਾਏ ਰਹਿੰਦੇ ਹਾਂ। ਤੂੰ ਆਪੇ ਸੋਹੇ ਆਪੇ ਜਗ ਮੋਹੇ, ਤੂੰ ਆਪੇ ਨਦਰੀ ਜਗਤ ਪਰੋਵੇ। ਤੂੰ ਆਪੇ ਦੁੱਖ ਸੁੱਖ ਦੇਵੇ ਕਰਤੇ, ਗੁਰਮੁਖ ਹਰ ਦਿਖਾਵਣਿਆ। ਕਹਿੰਦੇ ਹੇ ਪ੍ਰਮਾਤਮਾ, ਹੇ ਕਰਤਾਰ, ਤੂੰ ਆਪੇ ਹੀ ਇਹ ਸੋਹਣਾ ਜਗਤ ਬਣਾਇਆ ਹੈ ਅਤੇ ਤੂੰ ਆਪੇ ਹੀ ਆਪਦੇ ਇਸ ਸੋਹਣੇ ਜਗਤ ਨੂੰ ਵਿਖਾ ਕੇ ਇਹਨਾਂ ਮਨੁੱਖਾਂ ਨੂੰ, ਜੀਵਾਂ ਨੂੰ ਮੋਹਿਤ ਕਰਦਾ ਹੈ। ਤੂੰ ਆਪਣੀ ਮਿਹਰ ਦੀ ਨਿਗਾਹ ਕਰਕੇ ਆਪੇ ਹੀ ਜੱਗ ਨੂੰ ਆਪਣੀ ਮਰਿਆਦਾ ਦੇ ਧਾਗੇ ਦੇ ਵਿੱਚ ਪਰੋਇਆ ਹੋਇਆ ਹੈ। ਤੂੰ ਆਪ ਹੀ ਸਾਰੇ ਜੀਵਾਂ ਨੂੰ ਦੁੱਖ ਵੀ ਦਿੰਦਾ ਹੈ, ਆਪ ਹੀ ਸੁੱਖ ਵੀ ਦਿੰਦਾ ਹੈ। ਅਤੇ ਤੇਰੀ ਸ਼ਰਨ ਦੇ ਵਿੱਚ ਜਿਹੜੇ ਬੰਦੇ ਆ ਜਾਂਦੇ ਨੇ, ਜਿਹੜੇ ਮਨੁੱਖ ਜਾਂ ਜੀਵ ਆ ਜਾਂਦੇ ਨੇ, ਉਹ ਹਰ ਥਾਂ ਤੇਰਾ ਦਰਸ਼ਨ ਕਰਦੇ ਨੇ। ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ। ਸ਼ਬਦੇ ਉਪਜੈ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾਵਣਿਆ। ਜੋ ਕਰਤਾਰ ਹੈ, ਪਰਮਾਤਮਾ ਹੈ, ਉਹ ਆਪੇ ਹੀ ਸਭ ਕੁਝ ਕਰ ਰਿਹਾ ਹੈ ਅਤੇ ਜੀਵਾਂ ਪਾਸੋਂ ਕਰਵਾ ਰਿਹਾ ਹੈ। ਗੁਰੂ ਦੇ ਸ਼ਬਦਾਂ ਦੇ ਵਿੱਚ ਵੀ ਜੀਵ ਨੂੰ ਉਹ ਆਪ ਹੀ ਜੋੜਦਾ ਹੈ, ਜਾਂ ਜੀਵਾਂ ਦੇ ਮਨ ਦੇ ਵਿੱਚ ਗੁਰੂ ਦਾ ਸ਼ਬਦ ਵੀ ਉਹ ਆਪ ਹੀ ਵਸਾਉਂਦਾ ਹੈ। ਅਤੇ ਗੁਰੂ ਦੇ ਸ਼ਬਦ ਰਾਹੀਂ ਹੀ ਆਤਮਿਕ ਜੀਵਨ ਦੇਣ ਵਾਲੀ ਸਿਫਤ ਸਲਾਹ ਦੀ ਬਾਣੀ ਉਤਪੰਨ ਹੁੰਦੀ ਹੈ। ਉਹਦੀ ਲਗਨ ਜੀਵਾਂ ਦੇ ਹਿਰਦਿਆਂ ਦੇ ਵਿੱਚ ਪੈਦਾ ਹੁੰਦੀ ਹੈ। ਜੋ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੈ, ਉਹ ਹਰ ਵਕਤ ਉਸ ਪਰਮਾਤਮਾ ਦੀ ਬਾਣੀ ਉਚਾਰਦਾ ਹੈ ਅਤੇ ਦੂਸਰਿਆਂ ਨੂੰ ਵੀ ਸੁਣਾਉਂਦਾ ਹੈ। ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ। ਸਦਾ ਮੁਕਤ ਆਪੇ ਹੈ ਸੱਚਾ, ਆਪੇ ਅਲਖ ਲਖਾਵਣਿਆ। ਕਰਤਾਰ ਆਪ ਹੀ, ਉਹ ਪਰਮਾਤਮਾ ਅਕਾਲ ਪੁਰਖ ਆਪ ਹੀ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਅਤੇ ਉਹਨਾਂ ਦੇ ਵਿੱਚ ਵਿਆਪਕ ਹੋ ਕੇ ਦੁਨੀਆ ਦੇ ਪਦਾਰਥਾਂ ਨੂੰ ਭੋਗਣ ਵਾਲਾ ਵੀ ਉਹ ਆਪ ਹੀ ਹੈ। ਆਪ ਹੀ ਉਹ ਜੀਵਾਂ ਦੇ ਮਾਇਆ ਦੇ ਬੰਧਨਾਂ ਨੂੰ ਤੋੜਦਾ ਹੈ। ਆਪ ਉਹ ਸਦਾ ਹੀ ਇਹਨਾਂ ਬੰਧਨਾਂ ਤੋਂ ਮੁਕਤ ਰਹਿੰਦਾ ਹੈ। ਉਹ ਅਦ੍ਰਿਸ਼ਟ ਵੀ ਹੈ ਅਤੇ ਆਪਣਾ ਸਰੂਪ ਸਾਰਿਆਂ ਨੂੰ ਵਿਖਾਉਂਦਾ ਵੀ ਹੈ। ਆਪੇ ਮਾਇਆ ਆਪੇ ਛਾਇਆ, ਆਪੇ ਮੋਹ ਸਭ ਜਗਤ ਉਪਾਇਆ। ਆਪੇ ਗੁਣਦਾਤਾ ਗੁਣ ਗਾਵੈ, ਆਪੇ ਆਖ ਸੁਣਾਵਣਿਆ। ਇਹਨਾਂ ਪੰਕਤੀਆਂ ਦੇ ਰਾਹੀਂ ਵੀ ਗੁਰੂ ਜੀ ਨੇ ਉਸ ਅਕਾਲ ਪੁਰਖ ਦੀ ਮਹਿਮਾ ਹੀ ਕੀਤੀ ਹੈ ਕਿ ਇਹ ਜਗਤ ਦੇ ਵਿੱਚ ਜੋ ਮਾਇਆ ਹੈ ਉਹ ਵੀ ਉਸ ਪਰਮਾਤਮਾ ਨੇ ਹੀ ਪੈਦਾ ਕੀਤੀ ਹੈ। ਉਹਦਾ ਪ੍ਰਭਾਵ, ਉਹਦਾ ਮੋਹ ਵੀ ਉਸ ਪਰਮਾਤਮਾ ਨੇ ਪੈਦਾ ਕੀਤਾ ਹੈ। ਇਹ ਸਾਰਾ ਜਗਤ ਵੀ ਉਸ ਪਰਮਾਤਮਾ ਨੇ ਪੈਦਾ ਕੀਤਾ ਹੈ। ਉਹ ਆਪ ਹੀ ਆਪਣੇ ਗੁਣਾਂ ਦੀ ਦਾਤ ਦੇਣ ਵਾਲਾ ਹੈ। ਆਪ ਹੀ ਜੀਵਾਂ ਦੇ ਵਿੱਚ ਵਿਆਪਕ ਹੋ ਕੇ ਆਪਣੇ ਗੁਣ ਗਾਉਂਦਾ ਹੈ ਅਤੇ ਦੂਸਰਿਆਂ ਨੂੰ ਸੁਣਾਉਂਦਾ ਹੈ।
ਆਪੇ ਕਰੇ ਕਰਾਏ ਆਪੇ, ਆਪੇ ਥਾਪ ਉਥਾਪੇ ਆਪੇ। ਤੁਝ ਤੇ ਬਾਹਰ ਕਛ ਨਾ ਹੋਵੈ, ਤੂੰ ਆਪੇ ਕਾਰੇ ਲਾਵਣਿਆ। ਫਿਰ ਤੋਂ ਉਹੀ ਗੱਲ ਕਹੀ ਗਈ ਹੈ ਕਿ ਉਹ ਆਪ ਹੀ ਸਭ ਕੁਝ ਕਰ ਰਿਹਾ ਹੈ ਤੇ ਜੀਵਾਂ ਦੇ ਵਿੱਚ ਵਿਆਪਕ ਹੋ ਕੇ ਉਹਨਾਂ ਤੋਂ ਕਰਵਾ ਰਿਹਾ ਹੈ। ਆਪ ਹੀ ਇਸ ਜਗਤ ਦੀ ਰਚਨਾ ਕਰਦਾ ਹੈ, ਥਾਪਦਾ ਹੈ ਤੇ ਆਪ ਹੀ ਉਥਾਪਦਾ ਵੀ ਹੈ, ਆਪ ਹੀ ਇਸ ਨੂੰ ਨਾਸ਼ ਵੀ ਕਰਦਾ ਹੈ। ਤੇਰੇ ਤੋਂ ਬਾਹਰ ਕੁਝ ਵੀ ਨਹੀਂ। ਗੁਰੂ ਜੀ ਕਹਿੰਦੇ ਕਿ ਮੈਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਜੋ ਕੁਝ ਵੀ ਹੈ ਤੂੰ ਹੀ ਹੈ, ਤੇਰੇ ਹੁਕਮ ਦੇ ਅਨੁਸਾਰ ਹੀ ਸਭ ਕੁਝ ਹੋ ਰਿਹਾ ਹੈ। ਤੇਰੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੁੰਦਾ। ਤੂੰ ਆਪ ਹੀ ਸਾਰੇ ਜੀਵਾਂ ਨੂੰ ਕਾਰਾਂ ਦੇ ਉੱਪਰ ਲਾਇਆ ਹੋਇਆ ਹੈ, ਆਪੋ ਆਪਣੇ ਕਿੱਤਿਆਂ ਦੇ ਵਿੱਚ ਲਗਾਇਆ ਹੋਇਆ ਹੈ। ਆਪੇ ਮਾਰੇ ਆਪ ਜੀਵਾਏ, ਆਪੇ ਮੇਲੇ ਮੇਲ ਮਿਲਾਏ। ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ। ਪਰਮਾਤਮਾ ਆਪ ਹੀ ਜੀਵਾਂ ਨੂੰ ਆਤਮਿਕ ਜੀਵਨ ਬਖਸ਼ਦਾ ਹੈ ਤੇ ਆਪ ਹੀ ਆਤਮਿਕ ਮੌਤ ਵੀ ਬਖਸ਼ਦਾ ਹੈ। ਆਪ ਹੀ ਉਹ ਗੁਰੂ ਦੇ ਨਾਲ ਮੇਲ ਮਿਲਾਉਂਦਾ ਹੈ ਤੇ ਗੁਰੂ ਦੇ ਰਾਹੀਂ ਆਪਣੇ ਚਰਨਾਂ ਦੇ ਵਿੱਚ ਜੀਵਾਂ ਨੂੰ ਜੋੜਦਾ ਹੈ। ਜਿਹੜੇ ਮਨੁੱਖ ਗੁਰੂ ਦੀ ਦੱਸੀ ਹੋਈ ਸੇਵਾ ਕਰਦੇ ਨੇ ਉਹ ਸਦਾ ਆਤਮਿਕ ਆਨੰਦ ਮਾਣਦੇ ਨੇ ਤੇ ਆਤਮਿਕ ਅਡੋਲਤਾ ਦੇ ਵਿੱਚ ਲੀਨ ਰਹਿੰਦੇ ਨੇ। ਆਪੇ ਉੱਚਾ ਉੱਚੋ ਹੋਈ, ਜਿਸ ਆਪ ਵਿਖਾਲੇ ਸੋ ਵੇਖੈ ਕੋਈ। ਨਾਨਕ ਨਾਮ ਵਸੈ ਘਟ ਅੰਤਰ, ਆਪੇ ਵੇਖ ਵਿਖਾਲਣਿਆ। ਪਰਮਾਤਮਾ ਬੜੀਆਂ ਤਾਕਤਾਂ ਵਾਲਾ ਹੈ। ਉਹ ਆਪ ਆਪਣੀ ਸਮਰੱਥਾ ਦੇ ਨਾਲ ਮਾਇਆ ਦੇ ਪ੍ਰਭਾਵ ਤੋਂ ਬਹੁਤ ਉੱਚਾ ਹੈ ਤੇ ਆਪਣੀਆਂ ਇਹ ਤਾਕਤਾਂ, ਆਪਣੀ ਇਹ ਸਮਰੱਥਾ ਜਿਸ ਮਨੁੱਖ ਨੂੰ ਪਰਮਾਤਮਾ ਆਪ ਵਿਖਾਉਂਦਾ ਹੈ ਉਹ ਮਨੁੱਖ ਵੇਖ ਲੈਂਦਾ ਹੈ। ਆਪਣੀ ਹੀ ਮਿਹਰ ਦੇ ਨਾਲ ਉਹ ਕਈ ਜੀਵਾਂ ਦੇ ਹਿਰਦਿਆਂ ਦੇ ਵਿੱਚ ਆਪਣਾ ਨਾਮ ਵਸਾ ਦਿੰਦਾ ਹੈ, ਕਈਆਂ ਦੇ ਵਿੱਚ ਨਹੀਂ ਵਸਾਉਂਦਾ ਤੇ ਆਪ ਹੀ ਉਹ ਆਪਣੇ ਦਰਸ਼ਨ ਵੀ ਜੀਵਾਂ ਨੂੰ ਕਰਵਾਉਂਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 125ਵੇਂ ਅੰਗ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ। ਇਸ ਅੰਗ ਦੀ ਬਾਣੀ ਦੇ ਵਿੱਚ ਗੁਰੂ ਜੀ ਨੇ ਉਸ ਪਰਮਾਤਮਾ ਦੀ ਸਿਫਤ ਕੀਤੀ ਹੈ, ਉਹਦੇ ਗੁਣ ਗਾਏ ਹਨ, ਉਹਦੀਆਂ ਤਾਕਤਾਂ ਦਾ ਵਰਣਨ ਕੀਤਾ ਹੈ। ਸੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ, ਇਹਦੇ ਵਿੱਚੋਂ ਤੁਸੀਂ ਕੁਝ ਸਿੱਖਿਆ ਹੋਵੇ ਤਾਂ ਅੱਗੇ ਲੋਕਾਂ ਦੇ ਤੱਕ ਇਸ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ, ਫਤਿਹ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।